subscribe now and press the bell icon. Never miss an update. ਲੋਧੀ ਕਲੱਬ ਜਿਹੜਾ ਕਿ ਇਹ ਕਿੱਦਾਂ ਅਸਤਿਤਵ ਚ ਆਇਆ ਤੇ ਕਦੋਂ ਆਇਆ? ਦਿਮਾਗ 'ਚ ਆਇਆ ਉਹ ਸੀ ਮਿਸਟਰ JD ਡਾਵਰ। ਅੱਛਾ ਜੀ। ਉਹ ਫਲਾਈਂਗ ਕਲੱਬ ਲੁਧਿਆਣਾ ਦੇ ਸੈਕਟਰੀ ਹੁੰਦੇ ਸਨ। ਅਸੀਂ ਗਏ DC ਸਾਹਿਬ ਕੋਲ ਕਿਉਂਕਿ ਸਾਡੇ ਕੋਲ ਫਲਾਈਂਗ ਕਲੱਬ ਦੀ ਹੀ ਜਗ੍ਹਾ ਰਣਧੀਰ ਸਿੰਘ ਨਗਰ 'ਚ ਪਈ ਸੀ। ਉਹਨਾਂ ਨੇ ਇਹ ਕਿਹਾ ਕਿ ਅਗਰ ਤੁਸੀਂ ਗਵਰਨਮੈਂਟ ਨੂੰ ਵਿੱਚ ਲਓਗੇ ਫਿਰ ਅਸੀਂ ਅਲਾਟ ਕਰ ਦਿੰਦੇ ਹਾਂ। ਪੁਰਾਣਾ ਲੁਧਿਆਣਾ ਲੋਧੀ ਆਪਣਾ ਲੁਧਿਆਣਾ ਤੋਂ ਲੋਧੀ ਸਲਤਨਤ ਇੱਥੇ ਹੋਈ ਬਿਲਕੁਲ ਠੀਕ ਹੈ ਜੀ। ਤੁਸੀਂ ਫਾਊਂਡਰ ਹੋ, ਇੱਦਾਂ ਦੇ ਤੁਹਾਡੇ ਨਾਲ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਤੇ ਉਹਨਾਂ ਦਾ ਕੀ ਨਾਮ ਸੀ? ਬਸ ਮੈਂਬਰ ਬਣਾਉਂਦੇ ਰਹੇ, ਕਲੱਬ ਕੰਸਟਰਕਸ਼ਨ ਚੱਲਦੀ ਰਹੀ ਜੀ। 1995 ਸ਼ੁਰੂ ਕੀਤਾ ਸੀ, 26 ਅਕਤੂਬਰ 1996 ਚ ਅਸੀਂ ਇਨੋਗਰੇਟ ਕਰਤਾ। ਸੇਮ ਪੈਟਰਨ ਹੈ, ਇਹ ਸ਼ੈਡੋ ਹੀ ਕਿਹਾ ਜਾਂਦਾ ਇੱਕ ਤਰ੍ਹਾਂ ਦੀ ਸਤਲੁਜ ਕਲੱਬ ਦੀ। ਬਸ ਬਿਊਰੋਕ੍ਰੇਸੀ ਨੂੰ ਪਲੀਜ਼ ਕਰਨ ਲਈ ਉਹਨਾਂ ਨੇ ਐਜ਼ ਇਟ ਇਜ਼ ਬਿਨਾਂ ਸਾਨੂੰ ਕੌਨਫੀਡੈਂਸ ਲਏ ਸਤਲੁਜ ਕਲੱਬ ਦਾ ਕਨਸਟੀਟਿਊਸ਼ਨ ਚੱਕ ਲਿਆ। ਓਕੇ, ਉਹੀ ਅਡਾਪਟ ਕਰ ਲਿਆ ਜੀ। ਉੱਥੇ ਹੀ ਸਾਰੀ ਬਿਊਰੋਕ੍ਰੇਸੀ ਨਾਲ ਆ जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा है तो इस बार जिहड़ा साडा मामला हैगा वो है लोधी कलब। जी हाँ, लोधी कलब नूं लैके अजकल बहुत माहौल गरमिया होया है लुधियाना शहर दे विच। लुधियाना शहर का एक प्राउड हैगा क्लब ਤੇ ਸਾਰੇ ਲੋਕ ਇਹ ਸਮਝਦੇ ਕਿ ਇਹ ਵੀ ਸਤਲੁਜ ਕਲੱਬ ਦੀ ਤਰ੍ਹਾਂ ਇੱਕ ਸਰਕਾਰੀ ਕਲੱਬ ਹੈਗਾ, ਪਰ ਅਸੀਂ ਅੱਜ ਤੁਹਾਨੂੰ ਇਹਦੀ ਕੁਝ ਹੋਰ ਸੱਚਾਈਆਂ ਨਾਲ ਜਾਣੂ ਕਰਾਵਾਂਗੇ, ਰੂਬਰੂ ਕਰਾਵਾਂਗੇ ਕਿ ਲੋਧੀ ਕਲੱਬ ਕਿੱਦਾਂ ਅਸਤਿਤਵ 'ਚ ਆਇਆ। ਅੱਜ ਕੱਲ੍ਹ ਇੱਥੇ ਇਲੈਕਸ਼ਨ ਦਾ ਦੌਰ ਹੈ, ਜਿੱਦਾਂ ਕਿ ਦੱਸਿਆ ਜਾ ਰਿਹਾ ਕਿ 7 ਤਰੀਕ ਨੂੰ 7 ਮਾਰਚ ਨੂੰ ਨਵੀਂ ਟੀਮ ਲਈ ਇੱਥੇ ਇਲੈਕਸ਼ਨ ਹੋਣਗੇ ਤੇ ਅਲੱਗ-ਅਲੱਗ ਜਿਹੜੇ ਗਰੁੱਪਸ ਹੈਗੇ, ਜਿਹੜੇ ਟੀਮਸ ਖੜੀਆਂ ਹੋਈਆਂ ਆਪਸ 'ਚ ਇੱਕ ਦੂਸਰੇ ਦੇ ਕੰਪੀਟੀਸ਼ਨ ਦੇ ਵਿੱਚ, ਤੇ ਉਹ ਅਲੱਗ-ਅਲੱਗ ਮੈਂਬਰਸ ਦੇ ਕੋਲ ਜਾ ਕੇ ਵੋਟਿੰਗ ਆਪਣੇ ਸਪੋਰਟ ਮੰਗ ਰਹੀ ਹੈ ਕਿਉਂਕਿ ਇਹ ਕਮਿਊਨਿਟੀ ਦਾ ਇਲੈਕਸ਼ਨ ਹੈ। ਸੋ ਬੜਾ ਇੰਪੋਰਟੈਂਟ ਹੁੰਦਾ ਹੈ ਇਸ ਟਾਈਮ, ਇਹਦੀ ਇੰਪੋਰਟੈਂਸ ਹੋਰ ਵੱਧ ਜਾਂਦੀ ਹੈ ਕਿਉਂਕਿ ਵੈਸੇ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਇਲੈਕਸ਼ਨ ਈਅਰ ਹੈ ਤੇ ਇਸ ਟਾਈਮ ਇਲੈਕਸ਼ਨ ਈਅਰ ਹੋਣ ਕਰਕੇ ਜਿਹੜੀ ਸੱਤਾਧਾਰੀ ਸਰਕਾਰ ਹੁੰਦੀ ਹੈ ਉਹਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕਲੱਬ ਦੇ ਇਹੋ ਜਿਹੇ ਇਲੈਕਸ਼ਨਾਂ 'ਚ, ਕਮਿਊਨਿਟੀ ਇਲੈਕਸ਼ਨਾਂ 'ਚ ਅਸੀਂ ਆਪਣਾ ਜਿਹੜਾ ਜ਼ੋਰ ਦਿਖਾ ਦਈਏ ਔਰ ਆਪਣਾ ਵਰਚਸਵ ਕਾਇਮ ਕਰ ਲਈਏ ਤਾਂ ਕਿ ਜਦੋਂ ਲੋੜ ਆਵੇ ਤੇ ਉਹ ਉਹਨਾਂ ਦੇ ਵਿੱਚ ਆਪਣੇ ਜਿਹੜੇ ਹੈਗੇ ਆ ਵੋਟਰਸ ਨੂੰ ਕਨਵਿੰਸ ਕਰ ਸਕਣ, ਉਹਦੇ ਬਿਹਾਫ ਤੇ ਉਹ ਆਪਣੇ ਆਪ ਨੂੰ ਥੋੜੀ ਸਿਕਿਉਰਿਟੀ ਕਰ ਲਈਏ, ਮੈਂਟਲ ਸਿਕਿਉਰਿਟੀ ਕਰ ਲਈਏ ਜਾਂ ਵੋਟ ਮੰਗ ਸਕਣ। ਸੋ ਕੁੱਲ ਮਿਲਾ ਕੇ ਇਹ ਸੀ ਸਾਰੀ ਕਹਾਣੀ। ਪਰ ਅਸੀਂ ਤੁਹਾਨੂੰ ਅੱਜ ਮਿਲਾਨ ਚੱਲੇ ਹਾਂ ਕਿ ਲੋਧੀ ਕਲੱਬ ਕਿੱਦਾਂ ਬਣਿਆ। 1900 ਲਗਭਗ 95 'ਚ ਸ਼ਾਇਦ ਇਹ ਕਲੱਬ ਬਣਿਆ ਸੀ, ਪਰ ਇਹ ਸਾਰੀਆਂ ਜਾਣਕਾਰੀਆਂ ਅਸੀਂ ਨਹੀਂ ਦੇਵਾਂਗੇ। ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਇਸ ਕਲੱਬ ਦੇ ਜਿਹੜੇ ਸਟਾਰਟਿੰਗ ਦੇ 7 ਤੋਂ 8 ਫਾਊਂਡਰਸ ਸੀਗੇ ਜਿਹੜੇ, ਉਹ ਫਾਊਂਡਰਸ ਦੇ ਵਿੱਚੋਂ ਅਸ਼ਵਨੀ ਗੋਇਲ ਜੀ ਨਾਲ, ਜਿਨ੍ਹਾਂ ਨੇ ਇਹ ਉਹ ਮੈਂਬਰਾਂ ਵਿੱਚੋਂ ਹੈ, ਮੋਢਲੀ ਮੈਂਬਰਾਂ ਵਿੱਚੋਂ ਹੈ ਜਿਨ੍ਹਾਂ ਨੇ ਇਸ ਕਲੱਬ ਦੀ ਅਸਤਿਤਵ ਇਹਨਾਂ ਦੇ ਦਿਮਾਗ 'ਚ ਆਇਆ ਤੇ ਅਸਤਿਤਵ 'ਚ ਆਇਆ ਕਲੱਬ। ਤੇ ਗੱਲਬਾਤ ਕਰਦੇ ਹਾਂ। ਨਮਸਕਾਰ ਸਰ। ਨਮਸਕਾਰ ਜੀ। ਸਰ ਇਹ ਸਾਨੂੰ ਦੱਸੋ ਕਿ ਲੋਧੀ ਕਲੱਬ ਜਿਹੜਾ ਕਿ ਇਹ ਕਿੱਦਾਂ ਅਸਤਿਤਵ 'ਚ ਆਇਆ ਤੇ ਕਦੋਂ ਆਇਆ? ਸਰ ਪਹਿਲੀ ਗੱਲ ਤਾਂ ਇਹ ਆਪਣਾ ਜਿਹੜਾ ਦਿਮਾਗ 'ਚ ਆਇਆ ਉਹ ਸੀ ਮਿਸਟਰ JD ਡਾਵਰ। ਅੱਛਾ ਜੀ। ਉਹ ਫਲਾਈਂਗ ਕਲੱਬ ਲੁਧਿਆਣਾ ਦੇ ਸੈਕਟਰੀ ਹੁੰਦੇ ਸਨ। ਓਕੇ। ਤੇ ਅਸੀਂ ਲੋਕ ਫਲਾਈਂਗ ਕਰਦੇ ਸੀ। ਅੱਛਾ ਜੀ। ਉਹਨਾਂ ਦਾ ਇੱਕ ਦੋਸਤ ਸੀ ਮਿਸਟਰ KS ਭੁੱਲਰ ਜੀ, ਮਿਸਟਰ ਲਾਂਬਾ ਜੀ, ਮਨਜੀਤ ਸਿੰਘ ਲਾਂਬਾ ਜੀ ਔਰ ਮੈਂ ਜੀ ਬੈਠੇ ਜਗ੍ਹਾ ਪਈ ਹੈ ਤੇ ਕਲੱਬ ਕਿਉਂ ਨਾ ਬਣਾਇਆ ਜਾਏ ਜੀ, ਐਸਾ ਦੀ ਗੱਲਾਂ ਹੁੰਦੀਆਂ ਰਹੀਆਂ, ਮਤਲਬ ਲੇਅਰ ਮੂਡ ਤੇ ਜੀ। ਉਹ ਹੌਲੇ ਉਹਨੇ ਪ੍ਰੈਕਟੀਕਲ ਸ਼ੇਪ ਲੈਣੀ ਸ਼ੁਰੂ ਕਰਤੀ ਜੀ। ਤੇ ਅਸੀਂ ਗਏ DC ਸਾਹਿਬ ਕੋਲ ਕਿਉਂਕਿ ਸਾਡੇ ਕੋਲ ਫਲਾਈਂਗ ਕਲੱਬ ਦੀ ਹੀ ਜਗ੍ਹਾ ਰਣਧੀਰ ਸਿੰਘ ਨਗਰ 'ਚ ਪਈ ਸੀ, ਉੱਥੇ ਕੁਛ ਹੈ ਤਾਂ ਹੈ ਨਹੀਂ ਸੀ। ਅਸੀਂ ਉਹੀ ਅਲਾਟ ਕਰਾਉਣ ਦੇ ਚੱਕਰ 'ਚ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਇਹ ਕਿਹਾ ਕਿ ਅਗਰ ਤੁਸੀਂ ਗਵਰਨਮੈਂਟ ਨੂੰ ਵਿੱਚ ਲਓਗੇ ਫਿਰ ਅਸੀਂ ਅਲਾਟ ਕਰ ਦਿੰਦੇ ਹਾਂ। ਅਸੀਂ ਅਸ਼ੋਰ ਕਰਤਾ ਵੀ ਡਿਪਟੀ ਕਮਿਸ਼ਨਰ ਵਿਲ ਬੀ ਪ੍ਰੈਜ਼ੀਡੈਂਟ ਆਲਵੇਜ਼। ਓਕੇ, ਗੱਲ ਹੋ ਗਿਆ। ਉਹਦੇ ਅਗੇਂਸਟ ਅਸੀਂ ਲੀਜ਼ ਵੀ ਤੈਅ ਕੀਤੀ। ਅੱਛਾ ਜੀ। ਅਸੀਂ ਕੋਈ ਮਤਲਬ ਗਵਰਨਮੈਂਟ ਤੋਂ ਕੁਛ ਨਹੀਂ ਲਿਆ ਔਰ ਤੇ ਇੱਕ ਨਾਮ ਰੱਖਿਆ ਗਿਆ ਲੋਧੀ ਕਲੱਬ। ਲੋਧੀ ਕਿੱਦਾਂ ਨਾਮ ਰੱਖਿਆ ਗਿਆ ਜੀ? ਪੁਰਾਣਾ ਲੁਧਿਆਣਾ ਲੋਧੀ ਆਪਣਾ ਲੁਧਿਆਣਾ ਤੋਂ ਲੋਧੀ ਸਲਤਨਤ ਇੱਥੇ ਹੋਈ ਬਿਲਕੁਲ ਠੀਕ ਹੈ ਜੀ, ਇੱਦਾਂ ਹੀ ਸੀ। ਉਹ ਨਾਮ ਤੇ ਏਸ਼ੀਅਨ ਨੇਮ ਤੋਂ ਲੋਧੀ ਕਲੱਬ ਰੱਖਿਆ ਗਿਆ ਜੀ। ਤੇ ਪੈਸਾ ਸਾਡੇ ਕੋਲ ਕਿਸੇ ਕੋਲ ਨਹੀਂ ਸੀ, ਥੋੜਾ ਬਹੁਤ ਅਸੀਂ ਆਪਣੇ ਕੰਟਰੀਬਿਊਟ ਕੀਤਾ
अपने मैंबरशिप रखी 25,500 रुपया इनिशियली, वो सब ने इकट्ठे कीते। ਤੇ ਸਟਾਰਟਿੰਗ ਦੇ ਜਿਹੜੇ ਤੁਸੀਂ ਜਿਵੇਂ ਆਪਣੇ ਤੁਸੀਂ ਫਾਊਂਡਰ ਹੋ, ਇਦਾਂ ਦੇ ਤੁਹਾਡੇ ਨਾਲ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ, ਤੇ ਉਹਨਾਂ ਦੇ ਕੀ ਨਾਮ ਸੀਗੇ? ਸਭ ਤੋਂ ਪਹਿਲਾਂ ਮਿਸਟਰ ਜੇਡੀ ਡਾਵਰ ਜੀ, ਜਿਨ੍ਹਾਂ ਦਾ ਇੱਕ ਸੁਪਨਾ ਸੀ। ਅੱਛਾ ਜੀ। ਉਹਨਾਂ ਨਾਲ ਲੱਗੇ ਮਿਸਟਰ KS ਭੁੱਲਰ, ਕੁਲਦੀਪ ਸਿੰਘ ਭੁੱਲਰ ਜੀ ਤੇ ਮਨਜੀਤ ਸਿੰਘ ਲਾਂਬਾ ਜੀ। ਇਹ ਤਿੰਨਾਂ ਨੇ ਹੀ ਸ਼ੁਰੂ ਇਨੀਸ਼ੀਏਟ ਕੀਤਾ ਸੀ। ਚੌਥਾ ਇਹਨਾਂ ਦਾ ਆਈਡੀਆ ਸੀ। ਚੌਥਾ ਇਹਨਾਂ 'ਚ ਮੈਂ ਰਲਿਆ। ਪੰਜਵੇਂ ਆਏ ਮਿਸਟਰ ਅਨਿਲ ਵਰਮਾ, ਉਹ ਵੀ ਫਲਾਈਂਗ ਕਲੱਬ ਦੇ ਸੀ। ਫਿਰ ਆਏ ਮਿਸਟਰ ਯੁਵਰਾਜ ਦਾਦਾ। ਫਿਰ ਆ ਗਏ ਸਾਡੇ ਵਿੱਚ ਸ਼ਾਮ ਬੰਸਲ ਜੀ ਰੇਜ਼ ਵਾਲੇ ਜੀ। ਫਿਰ ਮਿਸਟਰ ਭੀਮ ਸਿੰਘ ਸੱਗੜ ਜੀ। ਅਸੀਂ ਟੋਟਲ ਮਿਲਾ ਕੇ 8 ਜਾਂ 9 ਬੰਦੇ ਸੀ, ਹੁਣ ਬਾਕੀ ਤਾਂ ਹੋਰ ਯਾਦ ਨਹੀਂ ਹੈ ਜੀ। ਤੇ ਅਸੀਂ ਫਿਰ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ। ਪੈਸੇ ਚਾਹੀਦੇ, ਬਿਲਡਿੰਗ ਬਣਾਉਣੀ ਹੈ, ਸਭ ਕੁਝ ਕਰਨਾ ਹੈ ਜੀ। ਬਸ ਮੈਂਬਰ ਬਣਾਉਂਦੇ ਹੋਏ ਕਲੱਬ ਕੰਸਟਰਕਸ਼ਨ ਚੱਲਦੀ ਰਹੀ ਜੀ। 1995 ਸ਼ੁਰੂ ਕੀਤਾ ਸੀ। ਜੀ। 26 ਅਕਤੂਬਰ 1996 ਚ ਅਸੀਂ ਇਨੋਗਰੇਟ ਕਰਤਾ ਸੀ। ਤੇ ਜਦੋਂ ਇਨੋਗਰੇਟ ਕੀਤਾ ਸੀ ਉਦੋਂ ਕੀ ਸੀਗਾ ਕਲੱਬ ਦੇ ਵਿੱਚ, ਕਿੰਨਾ ਕੁ ਪੋਰਸ਼ਨ ਬਣਿਆ ਸੀ, ਕੀ ਕੀ ਚੀਜ਼ਾਂ? ਸਾਰਾ ਬਿਲਡਿੰਗ ਬਣ ਗਈ ਸੀ। ਅੱਛਾ ਜੀ। ਪੂਰੀ ਬਿਲਡਿੰਗ ਬਣ ਗਈ ਸੀ। ਤੇ ਜਦੋਂ ਪਹਿਲੇ ਦਿਨ ਇਨੋਗਰੇਟ ਕੀਤਾ ਸੀ ਉਦੋਂ ਕਿੰਨੇ ਮੈਂਬਰ ਸੀਗੇ ਕਲੱਬ ਦੇ? ਤਕਰੀਬਨ 1200 ਮੈਂਬਰ ਉਦੋਂ ਹੀ ਬਣ ਗਏ ਸੀਗੇ। ਵੈਰੀ ਗੁੱਡ। ਤੇ ਸਰ ਫਿਰ ਇਹ ਤਾਂ ਮਤਲਬ ਜਿਵੇਂ ਅਸੀਂ ਕਹਿ ਰਹੇ ਫਿਰ ਤੇ ਅਪਰੋਕਸੀਮੇਟਲੀ ਜੇ ਕਹਿ ਲਈਏ ਤਾਂ ਲੋਕਾਂ 'ਚ ਪਰਸੈਪਸ਼ਨ ਵੀ ਹੈਗੀ ਹੈ ਜਾਂ ਕਿਹਾ ਜਾਂਦਾ ਕਿ ਸਤਲੁਜ ਕਲੱਬ ਦੀ ਮੈਂਬਰਸ਼ਿਪ ਬਹੁਤ ਮਹਿੰਗੀ ਹੋ ਗਈ ਸੀ ਤੇ ਸਰਕਾਰ ਨੇ ਹੀ ਇੱਕ ਹੋਰ ਕਲੱਬ ਖੋਲ੍ਹ ਦਿੱਤਾ ਕਿ ਜਿਹੜੇ ਹੋਰ ਲੋਕ ਮੈਂਬਰ ਬਣਨਾ ਚਾਹੁੰਦੇ ਔਰ ਉਹ ਇੰਨੀ ਮਹਿੰਗੀ ਮੈਂਬਰਸ਼ਿਪ ਨਹੀਂ ਖਰਚਣਾ ਚਾਹੁੰਦੇ ਤਾਂ ਉਹਨਾਂ ਲਈ ਇੱਕ, ਕਿਉਂਕਿ ਇਹ ਸੇਮ ਪੈਟਰਨ ਹੈ, ਇਹ ਸ਼ੈਡੋ ਹੀ ਕਿਹਾ ਜਾਂਦਾ ਇੱਕ ਤਰ੍ਹਾਂ ਦੀ ਸਤਲੁਜ ਕਲੱਬ ਦੀ ਸਭ ਕੁਝ। ਐਸੀ ਕੋਈ ਗੱਲ ਨਹੀਂ ਸੀ, ਇਹ ਪ੍ਰਾਈਵੇਟ ਕਲੱਬ ਬਣਾਇਆ ਸੀ ਜੀ। DC ਸਾਹਿਬ ਨੂੰ ਪ੍ਰੈਜ਼ੀਡੈਂਟ ਬਣਾਇਆ ਸੀ, ਇਹਦੇ ਕੋਈ ਸ਼ੱਕ ਨਹੀਂ ਹੈ। ਲੇਕਿਨ ਮਿਸਟਰ ਜੇਡੀ ਡਾਵਰ, ਚਲੋ ਹੁਣ ਤਾਂ ਸਾਡੇ ਵਿੱਚ ਨਹੀਂ ਰਹੇ ਵਿਚਾਰੇ ਜੀ, ਉਹਨਾਂ ਨੇ ਬੀਇੰਗ ਉਹ ਸੈਕਟਰੀ ਇੱਥੇ ਵੀ ਹੈਗੇ ਸੀ ਐਵੀਏਸ਼ਨ ਕਲੱਬ ਦੇ ਵਿੱਚ, ਬਸ ਬਿਊਰੋਕ੍ਰੇਸੀ ਨੂੰ ਪਲੀਜ਼ ਕਰਨ ਲਈ ਉਹਨਾਂ ਨੇ ਐਜ਼ ਇਟ ਇਜ਼ ਬਿਨਾਂ ਸਾਨੂੰ ਕੌਨਫੀਡੈਂਸ ਲਏ ਸਤਲੁਜ ਕਲੱਬ ਦਾ ਕਨਸਟੀਟਿਊਸ਼ਨ ਚੱਕ ਲਿਆ। ਓਕੇ। ਉਹੀ ਅਡਾਪਟ ਕਰ ਲਿਆ ਜੀ। ਉੱਥੇ ਹੀ ਸਾਰੀ ਬਿਊਰੋਕ੍ਰੇਸੀ ਨਾਲ ਆ ਗਈ। ਸੋ ਬੇਸਿਕਲੀ ਤੁਸੀਂ ਇਹ ਵੀ ਕਹਿ ਲਓ ਕਿ ਸ਼ਾਇਦ ਉਹਨਾਂ ਦੇ ਮਾਈਂਡ 'ਚ ਇਹ ਵੀ ਹੋ ਸਕਦਾ ਕਿ ਡਿਸਪਲਿਨਡ ਰਹੇਗਾ ਜੇ ਬਿਊਰੋਕ੍ਰੇਸੀ ਹੈਡ ਰਹੇਗੀ ਤੇ ਅਗਰ ਆਪਣਾ ਪ੍ਰੈਜ਼ੀਡੈਂਟ ਡਿਪਟੀ ਕਮਿਸ਼ਨਰ ਹੈਗੇ ਤੇ ਡਿਸਪਲਿਨ ਤਾਂ ਰਹੇਗਾ ਹੀ ਨਾ। ਬਿਲਕੁਲ ਠੀਕ ਹੈ। ਅੱਜ ਤੱਕ ਕੋਈ ਲੁਧਿਆਣਾ ਕਲੱਬ ਦੀ ਅਸੀਂ ਕੋਈ ਨਿਊਜ਼ ਨਹੀਂ ਸੁਣੀ ਅਨਡਿਸਪਲਿਨ ਦੀ। ਜੀ। ਉੱਥੇ DC ਸਾਹਿਬ ਵੀ ਨਹੀਂ ਪ੍ਰੈਜ਼ੀਡੈਂਟ। ਬਿਲਕੁਲ ਠੀਕ ਹੈ। ਐਸਾ ਕੋਈ ਗੱਲ ਸੋ ਤੁਸੀਂ ਕਹਿ ਰਹੇ ਹੋ ਕਿ ਉਦੋਂ 1200 ਮੈਂਬਰ ਸੀਗੇ ਔਰ ਉਦੋਂ ਜਿਹੜੀ ਮੈਂਬਰਸ਼ਿਪ ਰੱਖੀ ਗਈ ਸੀ 25000 ਰੁਪਏ ਰੱਖੀ। ਸ਼ੁਰੂ 'ਚ 25,500 ਸੀ ਜੀ। ਉਹਦੇ ਹੀ ਬਣੇ ਸੀ ਮੇਰੇ ਖਿਆਲ 100, 150, 200 ਮੈਂਬਰ। ਫਿਰ 35,500 ਕੀਤੀ ਜੀ। ਫਿਰ 45,500 ਕੀਤੀ। ਐਸਾ ਵੱਧਦੀ ਰਹੀ। ਪਰ ਸਰ ਅਸੀਂ ਅੱਜ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਲਗਭਗ 95 ਚ ਕਲੱਬ ਨਹੀਂ ਪੱਥਰ ਰੱਖਿਆ ਸੀ, 95 ਚ ਨਹੀਂ ਪੱਥਰ ਰੱਖਿਆ ਸੀ, ਪਰ ਅੱਜ ਅਸੀਂ ਬੈਠੇ 2020 ਚ, ਪਰ ਕਦੀ ਅਸੀਂ ਦੇਖਿਆ ਨਹੀਂ ਕਿ ਜਿਹੜੀ ਪਹਿਲੀ ਟੀਮ ਸੀ ਜਿਹੜੀ ਪਹਿਲੀ ਉਹਦੇ ਵਿੱਚ ਕੌਣ ਸੀ? ਤੁਸੀਂ 5-6 ਬੰਦੇ ਸੀ? ਨਹੀਂ, ਅਸੀਂ ਫਿਰ ਜਿਹੜੇ ਪਹਿਲੇ ਇਲੈਕਸ਼ਨ ਹੋਏ ਸੀ ਜੀ ਉਹਦੇ ਵਿੱਚ ਮੈਂ ਆਇਆ ਸੀ। ਨਹੀਂ, ਪਹਿਲੇ 1997 ਚ ਜਦੋਂ ਹੋਏ ਸੀ ਇਲੈਕਸ਼ਨ ਹੋਏ ਆ ਉਹਦੇ ਵਿੱਚ ਮੈਂ ਵੀ ਕਲਚਰਲ ਸੈਕਟਰੀ ਆਪਣਾ ਜਿੱਤਿਆ ਸੀ। ਅੱਛਾ ਜੀ। ਸੋ ਜਿਹੜੇ ਉਦੋਂ ਤੋਂ ਹੀ ਇਲੈਕਸ਼ਨ ਚੱਲਦੇ ਆ ਰਹੇ? ਹਾਂ, ਉਹ ਤੇ ਚੱਲਦੇ ਆ ਰਹੇ। ਸੇਮ ਸਤਲੁਜ ਕਲੱਬ ਵਾਲਾ ਪੈਟਰਨ ਹੈ? ਸੇਮ। ਪਹਿਲੇ 1 ਸਾਲ ਦੇ ਹੁੰਦੇ ਸੀ, ਫਿਰ 2 ਸਾਲ ਦੇ ਹੋ ਗਏ। ਓਕੇ। तो सर जिवें असी देखिया है कि नॉर्मली लोग बड़े बड़े अपने लगा देंगे क्रेडिबिलिटी लेना चाहते हैं कि असी फाउंडरस सीगे, असी फाउंडर हैगे हैं, पर असी नहीं देखिया अज तक उत्थे लोधी क्लब दे विच कोई फाउंडर स्टोन नहीं लिखिया, वो मैंबरस नूं कोई रिस्पैक्ट देने लई या कोई इदां दा असी देखिया नहीं कि कोई ऐसी जगह बनाई गई हो या किते उन्हां दा नाम लिखिया। मैनूं तां नहीं मिलिया कि इदां दा कोई नाम हैगा उत्थे, कोई जगह बनाई हुई है? किसी ने नहीं लिखा जी, सिर्फ प्रेसिडेंट, जनरल सेक्रेटरीज एंड वाइस प्रेसिडेंट्स। बिल्कुल ठीक है। ये लगे, फाउंडर्स ਦਾ ਕੋਈ ਨਾਮ ਨਹੀਂ ਹੈ। फाउंडर्स ਦਾ ਕੋਈ ਨਾਮ ਨਹੀਂ ਹੈ, ਪਰ ਤੁਸੀਂ ਲੋਕੀ ਤਾਂ ਆਪ ਹੀ ਸਭ ਤੋਂ ਪਹਿਲੀ ਟੀਮ ਸੀ। ਕਦੀ ਤੁਸੀਂ ਤੁਹਾਡੇ ਮਨ 'ਚ ਵੀ ਨਹੀਂ ਆਇਆ ਕਿ ਅਸੀਂ ਇਦਾਂ ਦਾ ਕੁਝ ਕਰ ਲਈਏ? ਅਸੀਂ ਆਪਣੇ ਆਪ ਨੂੰ ਕ੍ਰੈਡੀਬਿਲਿਟੀ ਕਿੱਦਾਂ ਲੈ ਲਈਏ? ਲੋਕੀ ਕੋਈ ਦੇਖ ਤਾਂ ਸਹੀ ਹੈ ਨਾ। ਨਹੀਂ, ਪਰ ਅੱਜ ਜਿਵੇਂ ਇੱਕ ਮੈਂਬਰ, ਜਿਵੇਂ ਕਲੱਬ ਦੇ ਇਲੈਕਸ਼ਨ ਹੋਣ ਲਈ ਮੈਂਬਰਸ ਨੂੰ ਕਿੰਨੀਆਂ ਪਾਰਟੀਆਂ ਦੇ ਦਿੱਤੀਆਂ ਜਾਂਦੀਆਂ, ਅਸੀਂ ਦੇਖਦੇ ਹਾਂ ਮੈਂਬਰਸ ਦੀ ਕਿੰਨੀ ਆਓ ਭਗਤ ਹੁੰਦੀ ਹੈ। ਮੈਂਬਰਸ ਲਈ ਤਾਂ ਇਹ ਦਿਨ ਜਿਹੜੇ ਹੁੰਦੇ ਆ ਸਾਲ ਦੇ ਵਿੱਚ, ਜਿਹੜੇ 2 ਸਾਲ ਬਾਅਦ ਜਿਹੜੇ ਆਉਂਦੇ ਆ, ਮੈਂਬਰਸ ਨੂੰ ਤਾਂ ਸਭ ਤੋਂ ਸਪੈਸ਼ਲ ਫੀਲ ਕਰਾਇਆ ਜਾਂਦਾ। ਪਰ ਕਦੀ ਕਿਸੇ ਟੀਮ ਨੇ ਆ ਕੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਅਸੀਂ ਫਾਊਂਡਰਸ ਨੂੰ ਵੀ ਬੁਲਾ ਕੇ ਉਹਨਾਂ ਦੀ ਵੀ ਰਿਸਪੈਕਟ ਕਰੀਏ? ਚਲੋ ਇਲੈਕਸ਼ਨ ਵੇਲੇ ਨਾ ਅਸੀਂ ਜਿੱਤਣ ਤੋਂ ਬਾਅਦ ਵੀ ਨਹੀਂ ਕੀਤੀ, ਲੋਕਾਂ ਨੂੰ ਯਾਦ ਵੀ ਹੈਗਾ ਕਿ ਤੁਸੀਂ ਲੋਕੀ ਫਾਊਂਡਰ ਹੈਗੇ ਹੋ, ਜਾਂ ਲੋਕੀ ਭੁੱਲ ਭੱਲ ਗਏ? ਨਹੀਂ, ਐਸੀ ਗੱਲ ਨਹੀਂ ਹੈ ਜੀ। ਦਿਸ ਇਜ਼ ਫਸਟ ਟਾਈਮ ਐਵਰ ਜੀ ਨਿਤਿਨ ਗੋਇਲ ਨੇ ਆਪਣੀ ਟੈਨਰ, ਨਿਤਿਨ ਮਹਾਜਨ ਨੇ ਆਪਣੀ ਟੈਨਰ ਦੇ ਵਿੱਚ ਜੀ ਫਾਊਂਡਰਸ ਨੂੰ ਬੁਲਾਇਆ ਜੀ, ਉਹਨਾਂ ਨੂੰ ਪ੍ਰੋਪਰ ਮਾਨ ਸਨਮਾਨ ਕੀਤਾ ਜੀ।
ਹੈਟਸ ਆਫ ਟੂ ਨਿਤਨ। ਅੱਛਾ ਜੀ। ਸੋ First time. ਫਸਟ ਟਾਈਮ ਹੋਇਆ ਫਸਟ ਟਾਈਮ। ਤੇ ਸੋ ਇਸ ਵਾਰੀ ਜਿਹੜਾ ਤੁਸੀਂ ਕਹਿ ਰਹੇ ਹੋ, ਪਰ ਚਲੋ ਹੈਟਸ ਆਫ, ਉਹਨਾਂ ਨੇ ਆ ਚੀਜ਼ ਕੀਤੀ, ਅੱਛੀ ਗੱਲ ਹੈ, ਅੱਛੀ ਚੀਜ਼ ਹੈ, ਹਮੇਸ਼ਾ ਐਪਰੀਸੀਏਸ਼ਨ ਕਰਨੀ ਚਾਹੀਦੀ ਹੈ। ਪਰ ਕਦੀ ਤੁਸੀਂ ਲੋਕਾਂ ਨੇ ਹੁਣ ਆ ਕੇ ਇਦਾਂ ਦੀ ਚੀਜ਼ ਸੋਚੀ ਕਿ ਇੱਕ ਫਾਊਂਡਰ ਸਟੋਨ ਲੱਗ ਹੀ ਜਾਣਾ ਚਾਹੀਦਾ, ਜਿਸ 'ਚ ਆ ਜਿਹੜੇ ਮੋਢਲੀ ਮੈਂਬਰ ਹੈ 6-7 ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਇਸ ਬੂਟੇ ਨੂੰ ਲਗਾਇਆ, ਉਹਨਾਂ ਦਾ ਨਾਮ ਵੀ ਦਰਜ ਹੋਣਾ ਚਾਹੀਦਾ ਹੈ? ਮੇਰੇ ਕੋਲ ਨਿਤਿਨ ਜੀ ਨੇ ਮੰਗੇ ਸੀ ਨਾਮ, ਜੀ ਇਹਦੀ ਕੋਈ ਸ਼ੱਕ ਨਹੀਂ। ਜੀ ਰੈਨੋਵੇਟ ਹੋਇਆ ਹੁਣ ਸਾਰਾ ਜੀ। ਰਿਸੈਪਸ਼ਨ ਵੀ ਰੈਨੋਵੇਟ ਹੋਈ ਹੈ, ਹਾਂਜੀ, ਤੇ ਬਾਕੀ ਸਭ ਨਾਮ ਮੈਂ ਲੱਗੇ ਦੇਖ ਰਿਹਾ swimming pool ਵੀ ਆ। ਹੈ। ਆਈਡੀਆ ਸੀਗਾ ਕਿ ਇੱਥੇ ਸਾਡੇ ਨਾਮ ਵੀ ਲਗਾਉਣਗੇ, ਲੇਕਿਨ ਨਹੀਂ ਲੱਗਿਆ। ਠੀਕ ਨਹੀਂ ਲੱਗੇ, ਸੋ ਉਹਦੇ ਲਈ ਕੋਈ ਗਿਲਾ ਸ਼ਿਕਵਾ ਨਹੀਂ ਹੈ। ਗਿਲਾ ਸ਼ਿਕਵਾ ਕੀ ਹੋਣਾ ਬਣਾ। ਤੇ ਸਭ ਤੋਂ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਕੌਣ ਸੀਗੇ ਸਰ? ਯੁਵਰਾਜ ਦਾਦਾ। ਸਭ ਤੋਂ ਪਹਿਲੇ ਪ੍ਰੈਜ਼ੀਡੈਂਟ ਵਾਸ ਡੀਸੀ। ਡੀਸੀ, ਤਾਂ ਉਹੀ ਮੈਂ ਪੁੱਛ ਰਿਹਾ, ਸਭ ਤੋਂ ਪਹਿਲੇ ਸਭ ਤੋਂ ਪ੍ਰੈਜ਼ੀਡੈਂਟ। ਪਹਿਲੇ ਪ੍ਰੈਜ਼ੀਡੈਂਟ ਸੀਗੇ ਜੀ ਆਪਣਾ ਇਨੋਗ੍ਰੇਸ਼ਨ ਤੋਂ ਪਹਿਲਾਂ ਤੱਕ ਮਿਸਟਰ ਐਸ ਚੰਨੀ। ਜੀ। ਇਨੋਗ੍ਰੇਸ਼ਨ ਵਾਲੇ ਦਿਨ ਆਪਣਾ ਮਿਸਟਰ ਅਰੁਣ ਗੋਇਲ ਸੀ। ਅਰੁਣ ਗੋਇਲ ਜਿਹੜੇ ਡੀਸੀ ਹੁੰਦੇ ਸੀ। ਅਸੀਂ ਦੋਨੋਂ ਨੂੰ ਬੁਲਾਇਆ ਸੀ ਉਹਦੇ ਇਨੋਗ੍ਰੇਸ਼ਨ ਵੇਲੇ। ਓਕੇ। ਤੇ ਜਿਹੜੇ ਸਭ ਤੋਂ ਪਹਿਲੇ ਜਨਰਲ ਸੈਕਟਰੀ? ਹੀ ਵਾਸ ਯੁਵਰਾਜ ਦਾਦਾ। ਯੁਵਰਾਜ। ਹੀ ਵਨ ਦਾ ਇਲੈਕਸ਼ਨ। ਓਕੇ। ਤੇ ਤੁਸੀਂ ਵੀ ਕਦੀ ਜਨਰਲ ਸੈਕਟਰੀ ਬਣੇ ਹੋ? ਨਹੀਂ, ਮੈਂ ਕਦੇ ਵੀ ਨਹੀਂ ਲੜਿਆ, ਮੈਂ ਸਿਰਫ ਇੱਕ ਇਲੈਕਸ਼ਨ ਲੜਿਆ। ਓਕੇ। ਯੁਵਰਾਜ ਦਾਦਾ ਦੀ ਟੀਮ ਚ ਆਈ ਵਾਸ ਕਲਚਰਲ ਸੈਕਟਰੀ। ਸੋ ਕਿੱਦਾਂ ਤੁਹਾਨੂੰ ਲੱਗ ਰਿਹਾ ਤੁਸੀਂ ਇੱਕ ਏਵੀਏਸ਼ਨ ਕਲੱਬ ਦੀ ਜਗ੍ਹਾ ਨੂੰ ਲਿੱਤਾ ਵਿਦ ਦਾ ਸਪੋਰਟ ਆਫ ਗਵਰਨਮੈਂਟ, ਜਾਂ ਤੁਹਾਡੇ ਖੁਦ ਦੇ ਕੁਲੀਗਸ ਸੀਗੇ, ਔਰ ਉਦੋਂ ਦਾ ਬਣਾਇਆ ਕਲੱਬ ਅੱਜ ਇੰਨਾ ਰੈਪੂਟੇਟਡ ਕਲੱਬ ਹੋ ਚੁੱਕਾ ਹੈ, ਔਰ ਉੱਥੇ ਇਦਾਂ ਦੇ ਇਲੈਕਸ਼ਨਸ ਹੋ ਰਹੇ? ਸੋ ਅੱਜ ਦੇ ਇਸ ਟਾਈਮ ਦੇ ਇਲੈਕਸ਼ਨਸ 'ਚ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਕਿ ਕਦੀ ਇੱਕ ਛੋਟੀ ਜੀ ਸੋਚੀ ਸੀ, ਅੱਜ ਐਡਾ ਵਧੀਆ ਤੁਸੀਂ ਸ਼ਹਿਰ ਨੂੰ ਕਲੱਬ ਦਿੱਤਾ? ਸਰ ਇੱਕ ਸੋਚੀ ਸੀ, ਬਣ ਗਿਆ, ਅੱਛਾ ਹੋ ਗਿਆ ਜੀ। ਕਲੱਬ ਨੂੰ ਚੀਜ਼ ਮਿਲ ਗਈ ਜੀ। ਅਸੀਂ ਕੋਈ ਐਵੀਏਸ਼ਨ ਕਲੱਬ ਤੋਂ ਮੁਫਤ ਨਹੀਂ ਲਈ, ਅੱਜ ਵੀ ਬੜੀ ਅੱਛੀ ਅਮਾਉਂਟ ਐਜ਼ ਲੀਜ਼ ਜਾ ਰਹੀ ਹੈ। ਅੱਛਾ, ਹਾਂਜੀ। ਹਜੇ ਵੀ ਲੀਜ਼ ਜਾ ਰਹੀ ਹੈ? ਹਾਂਜੀ। ਕਿੰਨੀ ਕੁ ਅਮਾਉਂਟ ਸੀਗੀ ਇਹ? ਉਦੋਂ ਤਾਂ ਜਦ ਸ਼ੁਰੂ ਕੀਤਾ ਸੀ 5% ਆਫ ਦਾ ਸੇਲਸ ਰੱਖਿਆ ਸੀ। ਓਕੇ। ਹੁਣ ਮੈਨੂੰ ਪਤਾ ਨਹੀਂ, ਪਰ ਕਿਉਂਕਿ ਇਹ ਪ੍ਰੋਫਿਟੇਬਲ ਤਾਂ ਹੈ ਨਹੀਂ, ਇਹ ਵੀ ਇੱਕ ਪ੍ਰੋਫਿਟੇਬਲ ਅਦਾਰਾ ਹੈਗਾ। ਅੱਛਾ ਜੀ। ਪ੍ਰੋਫਿਟ ਆ ਰਿਹਾ ਹੈ ਕਲੱਬ ਨੂੰ, ਠੀਕ ਹੈ। ਪ੍ਰੋਜੈਕਟ ਤਾਂ ਕਰਦੇ ਆ ਹਮੇਸ਼ਾ। ਬਿਲਕੁਲ ਠੀਕ ਹੈ। ਇੰਨੀ ਐਫਡੀ ਬਣ ਗਈ ਜੀ, ਇੰਨਾ ਇਹ ਹੋ ਗਿਆ ਜੀ, ਇੰਨਾ ਇਹ ਹੋ ਗਿਆ ਜੀ। ਸੋ ਉਹਦਾ ਇੱਕ ਪਰਸੈਂਟੇਜ ਵਿੱਚ ਹੋਣਾ ਨਹੀਂ ਚਾਹੀਦਾ ਪ੍ਰੋਫਿਟੇਬਲ। ਸੋ ਉਹਦੀ ਪਰਸੈਂਟੇਜ ਜਿਹੜੀ ਹੈ ਉਹ ਜਾ ਰਹੀ ਹੈ ਸੇਲਸ ਦੀ। ਹਜੇ ਵੀ। ਪਹਿਲੇ ਤਾਂ ਸੇਲਸ ਦੀ ਹੁੰਦੀ ਸੀ, ਹੁਣ ਮੇਰਾ ਸੁਣਿਆ ਸੀ ਕੋਈ ਲੰਮਸਮ ਅਮਾਉਂਟ ਕਰ ਲਈ ਪਰ ਇਹਨੂੰ। ਓਕੇ। ਆਈ ਡੋਨਟ ਨੋ। ਤੇ ਹੁਣ ਅੱਜ ਦੇ ਟਾਈਮ 'ਚ ਕੋਈ ਤੁਹਾਡੀ ਖੁਆਇਸ਼ ਜਾਂ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਨੂੰ ਕੋਈ ਸੁਜੈਸ਼ਨ, ਇਹਦੇ ਵਿੱਚ ਕੋਈ ਐਦਾਂ ਦੀ ਵੀ ਲਿਮਿਟ ਹੈਗੀ ਕਿ ਇੰਨੇ ਮੈਂਬਰ ਬਣ ਸਕਦੇ, ਇਸ ਤੋਂ ਜ਼ਿਆਦਾ ਨਹੀਂ ਬਣ ਸਕਦੇ, ਜਾਂ ਕੁਝ ਐਸਾ ਕੁਝ ਨਹੀਂ ਹੈ, ਐਸਾ ਕੁਝ ਤੇ ਨਹੀਂ। ਕੋਈ ਤੁਹਾਡੀ ਦਿਲ ਦੀ ਖੁਆਇਸ਼ ਜਿਹੜੀ ਉਦੋਂ ਤੁਸੀਂ ਨਹੀਂ ਆਈ ਪਰ ਅੱਜ ਸ਼ਾਇਦ ਕਈ ਵਾਰੀ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਮੌਕੇ ਤੇ ਆਵੇ, ਕਦੀ ਅੱਜ ਦੇ ਟਾਈਮ 'ਚ ਆਈ ਹੋਵੇ ਵਿਸ਼, ਤੇ ਕੀ ਸੋਚਦੇ ਹੋ? ਨਹੀਂ, ਐਸੀ ਕੋਈ ਖੁਆਇਸ਼ ਨਹੀਂ ਰਹੀ। ਅੱਛਾ Okay. ਕਲੱਬ ਬਣ ਗਿਆ ਜੀ। ਪੀਪਲ ਆਰ ਇੰਜੋਇੰਗ, ਓਕੇ। ਨਥਿੰਗ ਲਾਈਕ ਦੈਟ। ਨਥਿੰਗ ਲਾਈਕ ਦੈਟ। ਤੇ ਲੋਕਾਂ ਨੂੰ ਇਸ ਵਾਰੀ ਜਿਹੜਾ ਹੁਣ ਇਲੈਕਸ਼ਨ ਹੈਗੇ ਆ, ਜਿਹੜੇ ਕਲੱਬ ਮੈਂਬਰਸ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਆਓ ਵੋਟ ਪਾਓ, ਅੱਛੀ ਟੀਮ ਚੁਣੋ, ਜੀ। ਅੱਛੇ ਲੋਕ ਲਿਆਓ ਜੀ। ਜਿਹੜੇ ਸੈਲਫਲੈਸ ਹੋਣ, ਜੀ। ਜਿਹਨਾਂ ਨੂੰ ਆਪਣਾ ਇੰਟਰਸਟ ਨਾ ਹੋਏ, ਬਸ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ। ਤੇ ਦੋਸਤੋ, ਇਹ ਸੀ ਸ਼੍ਰੀ ਅਸ਼ਵਨੀ ਗੋਇਲ ਜੀ, ਜਿਹੜੇ ਕਿ ਫਾਊਂਡਰਸ ਆਫ ਦਾ ਕਲੱਬ ਹੈਗੇ ਲੋਧੀ ਕਲੱਬ। ਅਸੀਂ ਤੁਹਾਡੇ ਤੱਕ ਇੱਕ ਰੂਬਰੂ ਕਰਵਾਇਆ ਇਹਨਾਂ ਨੇ ਬੜੀ ਅੱਛੀ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਕਿੱਦਾਂ 7 ਤੋਂ 8 ਸ਼ਹਿਰ ਦੇ ਅੱਛੇ ਸੂਝਵਾਨ ਲੋਕਾਂ ਨੇ, ਵਿਜ਼ਨਰੀ ਲੋਕਾਂ ਨੇ ਇਕੱਠੇ ਹੋ ਕੇ ਇੱਕ ਐਵੀਏਸ਼ਨ ਦੀ ਜਗ੍ਹਾ ਲਿੱਤੀ, ਔਰ ਉਹਨੂੰ ਅੱਜ ਉੱਥੇ ਇੱਕ ਕਲੱਬ ਜਿਹੜਾ ਫਾਊਂਡ ਹੋਇਆ, ਔਰ ਬਹੁਤ ਅੱਛਾ ਚੱਲ ਰਿਹਾ, ਜਿਹਦੇ ਕਮਿਊਨਿਟੀ ਟਾਈਪ ਇਲੈਕਸ਼ਨਸ ਹੋ ਰਿਹਾ, ਔਰ ਉਹਦੇ ਕਰਕੇ ਬਹੁਤ ਸਾਰੇ ਲੋਕ ਆਪਸ 'ਚ ਜੁੜ ਚੁੱਕੇ ਹੈ। ਲਗਭਗ 3000 ਦੇ ਕਰੀਬ ਉੱਥੇ ਮੈਂਬਰਸ ਹੈਗੇ ਹੈ, ਪਰਿਵਾਰ ਜੁੜੇ ਹੈ, ਆਪਾਂ ਉਹਨੂੰ ਮੈਂਬਰ ਨਹੀਂ ਕਵਾਂਗੇ, 3000 ਦੇ ਕਰੀਬ ਉਸ ਕਲੱਬ ਕਰਕੇ ਪਰਿਵਾਰ ਜੁੜੇ, ਜਿਹੜੇ ਆਪਸ 'ਚ ਇਲੈਕਸ਼ਨ ਦੇ ਥਰੂ ਇੱਕ ਦੂਸਰੇ ਦੇ ਨਾਲ ਜੁੜਾਵ ਰੱਖਦੇ ਹੈ, ਔਰ ਹੋ ਸਕਦਾ ਇਹੀ ਇਲੈਕਸ਼ਨਾਂ ਦੇ ਥਰੂ ਕਿਤੇ ਨੇੜਤਾ ਦੇ ਨਾਲ ਕਿਤੇ ਨਾ ਕਿਤੇ ਵਪਾਰ ਵੀ ਹੁੰਦਾ ਹੋਵੇਗਾ। ਸੋ ਇੱਦਾਂ ਹੀ ਹੋਰ ਵੀ ਇੰਟਰਸਟਿੰਗ ਚੀਜ਼ਾਂ ਨਾਲ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਾਣੇ ਤੇ ਅਸੀਂ। ਧੰਨਵਾਦ। Subscribe now and press the bell icon. Never miss an update.